हाँ जी बेटे, गुड मॉर्निंग सारिਆਂ ਨੂੰ। बहुत प्यार भरी सत श्री अकाल। ਤੁਹਾਡੇ ਜੁਲਾਈ ਦੇ ਪੇਪਰ ਦੇ ਸੰਬੰਧ ਦੇ ਵਿੱਚ ਅਸੀਂ ਰਿਵੀਜ਼ਨ ਕਰ ਰਹੇ ਸੀ। ਮੈਂ ਇੱਕ ਵਾਰੀ ਫਿਰ ਤੁਹਾਨੂੰ ਦੋ ਤਿੰਨ ਗੱਲਾਂ ਇੰਪੋਰਟੈਂਟ ਦੱਸਣਾ ਚਾਹਨੀ ਹਾਂ। ਇਹ ਜੋ ਮੈਂ ਇੰਸਟਰਕਸ਼ਨਸ ਦੇ ਰਹੀ ਹਾਂ, ਇਹ ਮੇਰੇ ਸਕੂਲ ਦੇ ਬੱਚਿਆਂ ਲਈ ਅਤੇ ਪੂਰੇ ਪੰਜਾਬ ਦੇ ਬੱਚਿਆਂ ਦੇ ਲਈ ਇਹ ਜ਼ਰੂਰੀ ਹਨ। ਕਿ ਪਹਿਲੀ ਗੱਲ ਤਾਂ ਬੇਟੇ, ਜਦੋਂ ਤੁਸੀਂ ਆਪਣਾ ਪੇਪਰ ਸਬਮਿਟ ਕਰਨਾ ਹੈ ਤਾਂ ਤੁਸੀਂ ਆਪਣੀ ਆਈਡੀ ਬਹੁਤ ਧਿਆਨ ਨਾਲ ਪਾਉਣੀ ਹੈ। ਇਨ ਕੇਸ ਤੁਹਾਡੀ ਆਈਡੀ ਗਲਤ ਹੋ ਗਈ ਤਾਂ ਤੁਹਾਡੀ ਐਬਸੈਂਟ ਉੱਪਰ ਚਲੀ ਜਾਏਗੀ, ਫਿਰ ਅਸੀਂ ਵੀ ਕੁਝ ਨਹੀਂ ਕਰ ਸਕਦੇ, ਜਾਂ ਤੁਹਾਡੇ 0 ਨੰਬਰ ਲੱਗ ਕੇ ਆ ਜਾਣਗੇ ਜੇ ਤੁਸੀਂ ਐਬਸੈਂਟ ਹੋ ਗਏ। ਕਿਉਂਕਿ ਜੇ ਇਨਵੈਲਿਡ ਆਈਡੀ ਹੋਏ ਤਾਂ ਵੀ ਬੇਟੇ 0 ਲੱਗਦਾ ਹੈ, ਜੇ ਬੱਚਾ ਐਬਸੈਂਟ ਹੋਵੇ ਤਾਂ ਵੀ 0 ਲੱਗਦਾ ਹੈ। ਸੋ ਇਸ ਕਰਕੇ ਤੁਸੀਂ ਆਈਡੀ ਠੀਕ ਪਾਓਗੇ। ਦੂਸਰੀ ਗੱਲ, ਆਪਣਾ ਪੇਪਰ ਦਾ ਹਰੇਕ ਕੁਐਸਚਨ ਨੂੰ ਤੁਹਾਡੇ ਪੇਪਰ 'ਚ ਕੁਝ ਹੀ ਕੁਐਸਚਨਸ 4-5 ਕੁਐਸਚਨ ਐਸੇ ਜ਼ਰੂਰ ਹੋਣਗੇ ਜਿਹੜੇ ਕਿ ਤੁਸੀਂ ਥੋੜੀ ਸਮਝ ਕੇ ਕਰਨੇ ਆ, ਥੋੜੀ ਆਪਣੀ ਅਕਲ ਨੂੰ ਯੂਜ਼ ਕਰਕੇ ਕਰਨੇ ਆ। ठीक है, 2 मिनट सोच के 4 ऑप्शन देख के ਤਾਂ ਤੁਸੀਂ ਉਹਨੂੰ ਸਬਮਿਟ ਕਰਨਾ ਹੈ। ਉਸ ਤੋਂ ਪਹਿਲਾਂ ਤੁਸੀਂ ਕਾਲੀ ਦੇ ਵਿੱਚ ਟਿਕ 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 ਇਹ ਨਹੀਂ ਵੀ ਕਿਸੇ ਨੇ ਕਿਹਾ ਇਹ ਹੈ ਤਾਂ ਇਹ ਨਹੀਂ ਕਰਤਾ, ਇਦਾਂ ਦਾ ਕੰਮ ਨਹੀਂ ਕਰਨਾ। ਕੁਐਸਚਨ ਨੂੰ ਸੋਚਣਾ ਹੈ, ਫਿਰ ਉਹਨੂੰ ਤੁਸੀਂ ਟਿਕ ਕਰਨਾ ਹੈ। ਤੀਸਰੀ ਚੀਜ਼ ਕਿ ਤੁਹਾਡੇ ਜੁਲਾਈ ਦੇ ਪੇਪਰ ਦੇ ਵਿੱਚ 3 ਲੈਸਨ ਆਣਗੇ, ਨੋਟ ਕਰੋ। ਪਹਿਲਾ ਲੈਸਨ ਬੇਟੇ ਤੁਹਾਡਾ ਆਏਗਾ ਇਹ ਪਾਰਟ ਏ ਦਾ ਰਾਜਨੀਤਿਕ ਪ੍ਰਣਾਲੀ। ਨੋਟ ਕਰੋ, ਪਾर्ट ए राजनीतिक प्रणाली। पॉलिटिकल सिस्टम अंग्रेजी च भी लिख लो, पॉलिटिकल सिस्टम। दूसरा लेसन बेटे तुहाडा आएगा भारतीय संसदीय मॉडल, भारतीय संसदीय सरकार दा मॉडल। ये पार्ट बी, किताब दे पार्ट बी दे विच है। बेटे इत्थे जाओ, पार्ट बी दे मॉडल है तुहाडा संसदीय सरकार वाला। ਉਹਦੇ ਵਿੱਚੋਂ ਤੁਹਾਨੂੰ ਪੇਪਰ ਆਏਗਾ। ਤੀਸਰਾ ਲੈਸਨ ਨੋਟ ਕਰੋ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਥਰਡ ਲੈਸਨ ਨੋਟ ਕਰੋ, ਭਾਰਤੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ। ਭਾਰਤੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ, ਫੀਚਰਸ ਆਫ ਇੰਡੀਅਨ ਡੈਮੋਕ੍ਰੇਸੀ। ਲੋਕਤੰਤਰ ਦੀਆਂ ਚੁਣੌਤੀਆਂ, ਚੈਲੰਜਸ ਟੂ ਇੰਡੀਅਨ ਡੈਮੋਕ੍ਰੇਸੀ। ਅਤੇ ਚੁਣੌਤੀਆਂ ਨੂੰ ਦੂਰ ਕਰਨ ਦੇ ਸੁਝਾਅ, and suggestions to remove these challenges। YouTube ਦੇ ਉੱਤੇ ਬੇਟੇ ਇੱਕ ਤੁਹਾਡੇ ਲੈਕਚਰ ਪਏ ਹੋਣੇ ਹੈ, ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਅਤੇ ਆਰਥਿਕ ਤੱਤ। ਠੀਕ ਹੈ, ਸੋਸ਼ਲ ਐਂਡ ਇਕਨੋਮਿਕ ਫੈਕਟਰਸ ਇਫੈਕਟਿੰਗ ਡੈਮੋਕ੍ਰੇਸੀ। ਉਹ ਬੇਟੇ ਇਹੀ ਵਾਲਾ ਲੈਸਨ ਹੈ, ਮਿਲਦਾ ਜੁਲਦਾ ਕਾਫੀ ਹੱਦ ਤੱਕ, 99% ਮਿਲਦਾ ਜੁਲਦਾ। ਸੋ ਤੁਸੀਂ ਉੱਥੋਂ ਵੀ ਇਹ ਲੈਸਨ ਕਰ ਸਕਦੇ ਹੋ। YouTube ਦੇ ਉੱਤੇ ਇਹਨਾਂ ਦੀ ਕਾਫੀ ਵੀਡੀਓਜ਼ ਪਈਆਂ। ਸਿਰਫ 3 ਲੈਸਨ ਤੁਹਾਡੇ ਜੁਲਾਈ ਦੇ ਪੇਪਰ 'ਚ ਆਉਣਗੇ, ਜਿਹਦੇ 'ਚ ਤੁਹਾਨੂੰ 20 ਕੁਐਸਚਨਸ ਆਉਣਗੇ। 20 ਕੁਐਸਚਨ ਸਾਰੇ ਠੀਕ ਗਲਤ ਹੋ ਸਕਦਾ ਹੈ, ਖਾਲੀ ਥਾਂ ਹੋ ਸਕਦੇ ਹੈ, ਜਾਂ 4 ਆਪਸ਼ਨਸ ਵਾਲਾ ਹੋ ਸਕਦਾ ਹੈ। ਠੀਕ ਹੈ, ਸੋ ਉਹਦੇ ਵਿੱਚ ਤੁਸੀਂ ਬੜੇ ਧਿਆਨ ਦੇ ਨਾਲ ਖਾਲੀ ਟਿਕ ਕਰਨਾ ਹੈ, ਤੇ ਜਦੋਂ ਸਬਮਿਟ ਕਰੋਗੇ ਆਈਡੀ ਠੀਕ ਭਰਨੀ ਹੈ। ਤੇ ਉਸ ਤੋਂ ਬਾਅਦ ਆਪਣੇ ਟੀਚਰਸ ਨੂੰ, ਜੋ ਤੁਹਾਡੇ ਸਕੂਲਾਂ 'ਚ ਗਰੁੱਪ, ਤੁਹਾਡੇ ਸਬਜੈਕਟ ਦੇ ਗਰੁੱਪ ਬਣੇ ਹੋਏ ਨੇ, ਇੰਚਾਰਜਸ ਨੂੰ ਨਹੀਂ ਭੇਜਣਾ, ਟੀਚਰਸ ਨੂੰ ਪਰਸਨਲ ਤੇ ਨਹੀਂ ਭੇਜਣਾ। ਜਿਹੜੇ ਪੋਲੀਟੀਕਲ ਸਾਇੰਸ ਦੇ ਤੁਹਾਡੇ ਗਰੁੱਪ ਬਣੇ ਹੋਏ ਨੇ ਬੇਟੇ, ਉਹਦੇ ਵਿੱਚ ਭੇਜਣੇ ਆ। ਲਾਈਕ ਜੇ ਸਾਡੇ ਸਕੂਲ ਦਾ ਗਰੁੱਪ ਬਣਿਆ ਹੋਇਆ, ਕੁੜੀਆਂ ਆਪਣੇ ਗਰੁੱਪ 'ਚ ਭੇਜਣਗੀਆਂ, ਮੁੰਡੇ ਆਪਣੇ ਗਰੁੱਪ 'ਚ ਭੇਜਣਗੇ। ਉਸ ਤੋਂ ਬਾਅਦ ਤੁਸੀਂ ਉਹਦੇ ਤੇ ਸਕਰੀਨਸ਼ਾਟ ਦੇ ਨੀਚੇ ਲਿਖੋਗੇ ਆਪਣਾ ਨਾਮ, ਆਪਣਾ ਸੈਕਸ਼ਨ, ਆਪਣਾ ਰੋਲ ਨੰਬਰ, ਤਾਂ ਜੋ ਸਾਨੂੰ ਪਤਾ ਲੱਗ ਜਾਏ ਕਿ ਕਿਹੜੇ ਬੱਚੇ ਨੇ ਪੇਪਰ ਦੇਤਾ। ਜੇ ਕੋਈ ਰਹਿ ਗਿਆ ਤਾਂ ਬੇਟੇ ਉਹਦੀ 0 ਲੱਗ ਜਾਣੀ। दूसरी इंपॉर्टेंट चीज मैं तुहानू दसना चाहती हूँ, वो ये है बेटे, तुसी सारे बच्चे नोट कर लो कि कोरोना हले खत्म नहीं होया, तीजी लहर भी आनी है। मैं तुहानू कोई डरा नहीं रही। हो सकता है तुहाडे आही नंबर जुड़ के तुहाडा 12वीं का रिजल्ट बन जाए। सो प्लीज 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 इन्हां नंबरां, इन्हां पेपरां नू बड़ा सीरियसली। ठीक है जी, हुण असीं लैसन शुरू कर रहे हैं। उसकी असीं राजनीतिक प्रणाली वाले लैसन की रिविजन कीती सी। YouTube ਦੇ ਉੱਤੇ ਤੁਹਾਡੀਆਂ ਸਾਰੇ ਲੈਕਚਰਸ, ਜੋ ਰਿਕਾਰਡ ਕਲਾਸਾਂ ਮੈਂ ਲੈ ਰਹੀ ਹਾਂ, ਉਹ ਪਾ ਰਹੀ ਹਾਂ। ਜਿਹੜੇ ਬੱਚੇ ਪੇਪਰ ਦੀ ਤਿਆਰੀ ਵੇਲੇ ਦੇਖਣਾ ਚਾਹੁੰਦੇ ਆ, ਦੇਖ ਸਕਦੇ। ਅੱਜ ਅਸੀਂ ਕਰਾਂਗੇ ਸੰਸਦੀ ਸਰਕਾਰ ਦੀ ਰਿਵੀਜ਼ਨ, ਕਿ ਸੰਸਦੀ ਸਰਕਾਰ ਚੋਂ ਕਿਹੜੇ-ਕਿਹੜੇ ਕੁਐਸਚਨ ਆ ਸਕਦੇ। ਪਹਿਲਾ ਕੁਐਸਚਨ ਜੋ ਬਹੁਤ ਇੰਪੋਰਟੈਂਟ ਹੈ, ਨੋਟ ਕਰੀ ਜਾਓ ਕਿ ਭਾਰਤ ਨੇ ਸੰਸਦੀ ਢਾਂਚਾ ਕਿਸ ਦੇਸ਼ ਤੋਂ ਲਿਆ? From which country India adopted parliamentary form of government? Very important question. भारत ने संसदीय ढांचा किस देश तो लिया? तो किस देश तो लिया? इंग्लैंड। इंग्लैंड।
जे जदों मैं कराया सी जिन्हां बच्चियां ने ध्यान नाल सुणिया इंग्लैंड तो लिया। दूसरा क्वेश्चन तो आ सकता है कि भारत विच संसदीय सरकार है या प्रधानगी? की भारत विच संसदीय सरकार है या प्रधानगी? तो नोट कर लो, भारत विच केड़ी है संसदीय सरकार। ठीक है जी। तीसरा क्वेश्चन तुहानूं पाया जा सकता है इंग्लैंड विच केड़ी सरकार है? इंग्लैंड उहदे सामने लिख लो संसदीय सरकार। साडे तो उल्ट अमेरिका, अमेरिका च केड़ी सरकार है? प्रधानगी सरकार, प्रेजिडेंशियल फॉर्म ऑफ गवर्नमेंट। इंडिया विच अते इंग्लैंड विच केड़ी सरकार है बच्चे? पार्लीमेंटरी फॉर्म ऑफ गवर्नमेंट, संसदीय सरकार। अमेरिका दे विच केड़ी सरकार है? प्रधानगी सरकार, प्रेजिडेंशियल फॉर्म ऑफ गवर्नमेंट। ये भी तुहानूं एक नंबर च क्वेश्चन आ सकता है। अगली चीज विच जिहड़ा तुहानूं आ सकता है, असीं संसदीय सरकार दीयां विशेषतावां कीतीआं सी, जे तुहानूं बड़ी चंगी तरह याद होवे। संसदीय सरकार दीयां 11वीं विच असीं कीता सी कि कार्यपालिका ते विधानपालिका विच नेड़े दा संबंध, राष्ट्रपति नामात्र दी कार्यपालिका, प्रधानमंत्री असली कार्यपालिका कीते सी बेटे। मैनूं लगदा तुहानूं याद होवे। सो तुहानूं इहदे ते वेरी इंपॉर्टेंट क्वेश्चन आ सकदा है, लिखो कि संसदीय सरकार विच किस विच नेड़े दा संबंध हुंदा है? क्लोज रिलेशनशिप किहदे विच हुंदा है? संसदीय इन पार्लीमेंटरी फॉर्म ऑफ गवर्नमेंट। सो क्लोज रिलेशनशिप किहदे विच हुंदा है? विधानपालिका अते कार्यपालिका विच। नोट कर लो, विधानपालिका अते कार्यपालिका विच। लेजिस्लेचर एंड एडजेक्टिव दे विच की हुंदा है? क्लोज रिलेशनशिप हुंदा है किहदे विच? पार्लीमेंटरी फॉर्म ऑफ गवर्नमेंट। ठीक है। हुण तुहानूं इहदे ते क्वेश्चन बेटे किवें भी आ सकदा है, घुमा फिरा के खाली थां आ गई मान लो कि संसदीय सरकार विच विधानपालिका अते डैश विच नेड़े दा संबंध हुंदा है, तां की जवाब है? कार्यपालिका अते विधानपालिका विच नेड़े दा संबंध हुंदा है। ठीक है जी। अगला क्वेश्चन, संसदीय सरकार विच कार्यपालिका अपने कम्मां लई किस प्रति जवाबदेह हुंदी है? उत्तरदाई या जवाबदेह? संसदीय सरकार विच कार्यपालिका अपने कम्मां लई किहदे प्रति जवाबदेह हुंदी है? उत्तरदाई हुंदी है। इन पार्लीमेंटरी फॉर्म ऑफ गवर्नमेंट, एडजेक्टिव इज रिस्पॉन्सिबल टुवर्ड्स किहदे प्रति जिम्मेवार है? कार्यपालिका पिछले साल याद है मैं दस्सिया सी प्रधानमंत्री अते मंत्री परिषद अपना सारा काम करन लई किहनूं जवाब देना पैंदा है? विधानपालिका नूं। नोट करो किहदे प्रति जिम्मेवार है? विधानपालिका, लेजिस्लेचर, या कई बार ऑप्शन देती हुंदी है लोक सभा, राज सभा। नोट कर लो, लोक सभा राज सभा होएगी तां भी सेम आंसर है, विधानपालिका पूछी जाएगी तां भी सेम आंसर। ठीक हो गया जी। नेड़े दा संबंध किहदे च हुंदा है? विधानपालिका अते कार्यपालिका विच नेड़े दा संबंध हुंदा है। कार्यपालिका, एक चीज होर नोट करो, कार्यपालिका लिखो कार्यपालिका, ब्रैकेट च लिखो प्रधानमंत्री अते मंत्री परिषद। कार्यपालिका एडजेक्टिव मीन्स प्राइम मिनिस्टर एंड काउंसिल ऑफ मिनिस्टर्स। आगे लिखो विधानपालिका, सामने डैश पा के लिखो संसद, लोक सभा, राज्यसभा। लेजिस्लेचर, सामने डैश पा के लिखो लेजिस्लेचर की है? साडी पार्लीमेंट है। पार्लीमेंट के दो सदन ने, वन इज लोक सभा, सैकंड इज राज्यसभा। ठीक है जी। हुण अगला क्वेश्चन तुहानूं इहदे च पै सकदा, बट मैं ये नहीं कहती कि जिहड़े प्रश्न मैं दस रही हां उही पैणगे, पर क्योंकि लैसन दे इंपॉर्टेंट क्वेश्चंस ने इस करके तुसीं इन्हां सारे क्वेश्चन की तैयारी रखो। इन्हां क्वेश्चंस दे विचों तुहानूं लैसन दे विच क्वेश्चन पै सकदे हैं, पेपर च पै सकदे हैं, जुलाई च भी पै सकदे हैं, सितंबर च भी पै सकदे हैं, दिसंबर च भी पै सकदे हैं अते तुहाडे पक्के पेपर मार्च दे पेपरां विच भी पै सकदे। सो ये इंपॉर्टेंट क्वेश्चन है, कापी दे उत्ते लिख लैणे, इन्हां नूं गुम नहीं करना। अगे क्वेश्चन आ सकता है भारत विच नामात्र दी कार्यपालिका कौन है? Who is the nominal adjective in India? जो कि भारत में संसदीय सरकार है, दो कार्यपालिका ने, एक नामात्र दी, एक असली। ये भी लिख लो, ये लिखो पहला, संसदीय सरकार विच कार्यपालिका कितनी तरह की हुंदी है? कार्यपालिका दो तरह की हुंदी है। संसदीय सरकार विच कार्यपालिका कितनी तरह की हुंदी है? How many type of adjective is there in parliamentary form of government? There is two type, दो किस्म दी हुंदी है। नाम लिखो केड़ी केड़ी सीगी? नंबर एक नामात्र कार्यपालिका, नंबर दो असली कार्यपालिका। नॉमिनल एडजेक्टिव
एंड रियल एडजेक्टिव। ये भी क्वेश्चन बन सकता है, एक नंबर च भी आ सकता है, दो च भी आ सकता है बेटे। अगली चीज नोट करी जाओ, शाबाश। भारत विच नामात्र कार्यपालिका कौन है? नामात्र जिहड़ा हुंदा है जिहदे नाम दे उत्ते सारा काम चलदा है, पर वो बेचारा अपनी शक्तियां दी वरतों अपनी मर्जी नाल नहीं कर सकता। कौन दसेगा नामात्र कार्यपालिका कौन है भारत विच? हु इज द नॉमिनल एडजेक्टिव इन इंडिया? हुण तां मैं हिंट भी देता मैम। जी, कोई गल नहीं, वध तो वध गलत हो जाएगा बेटे, दिओ जवाब। ਤੁਹਾਨੂੰ याद है जब ਆਪਾਂ +1 ਕੀਤੀ ਸੀ, मैं मम्मी डैडी ਦੀ एग्जांपल ਦਿੱਤੀ ਸੀ। ਹੁਣ पर्ची भेजती, ਹੁਣ ਤਾਂ बोल दो। हाँ जी, कौन है नामात्र कार्यपालिका? तो संसदीय सरकार वाला पूरा लैसन बेटे, मैं पूरा लैसन ਤੁਹਾਨੂੰ ਮੈਨੂੰ लगता है 10 क्लासां ला के संसदीय सरकार कराई हुई है। फिर ਤੁਹਾਡੀ पेपरां ਦੀ किद्दां ते की ਤੁਸੀਂ कह सकते हो? यूट्यूब ते पातियां, वीडियोस पातियां, लाइव क्लासेस लाइयां। नामात्र कार्यपालिका कौन है भारत विच? ओ मूर्खो, प्रधानमंत्री है कि राष्ट्रपति? मैम राष्ट्रपति। हाँ बस फिर की इन्ना की औखा पूछ लिया मैं। लिखो, भारत विच नामात्र कार्यपालिका कौन है? नॉमिनल, जिहदे कोल शक्तियां हन पर वो शक्तियां दी वरतों अपनी मर्जी नाल नहीं कर सकता। नॉमिनल, नॉमिनल कौन है? राष्ट्रपति। नामात्र कार्यपालिका कौन है? राष्ट्रपति। अगला लिखो, भारत विच असली कार्यपालिका कौन है? हु इज द रियल एडजेक्टिव इन इंडिया? जो सच्ची मुच्ची अपनी शक्तियां दी वरतों करता है, कौन है? दसो हुण तां दस दो। प्राइम मिनिस्टर। देखो, प्रधानमंत्री अते मंत्री परिषद। रियल एडजेक्टिव कौन है? प्राइम मिनिस्टर एंड मिनिस्टर्स, हिज काउंसिल ऑफ मिनिस्टर्स। हाँ जी, अगला तो क्वेश्चन आ सकता है, राजनीतिक एकरूपता तो की भाव है? नोट करो, व्हाट डू यू मीन बाय पॉलिटिकल होमोजेनिटी? राजनीतिक एकरूपता तो की भाव है? आज कापियां खोल के देख लो, एक एक नोट एक एक वर्ड कराया हुआ है तुहानू। राजनीतिक एकरूपता तो की भाव है? लिखो, प्रधानमंत्री अते मंत्री परिषद के सारे मैंबर, प्रधानमंत्री अते मंत्री परिषद के सारे मैंबर जेकर इको राजनीतिक दल नाल संबंधित होणगे, प्रधानमंत्री अते मंत्री परिषद के सारे मैंबर जेकर इको राजनीतिक दल नाल संबंधित होणगे तां उसनू राजनीतिक एकरूपता कहा जाता है। When the Prime Minister and all the ministers in the council are from the same political party, it is called political homogeneity. हाँ जी, हुण चुप नहीं कर जाना। हुण मैनू मैं हुण तुहाडी जनरल नॉलेज चेक करनी है, डर भी नहीं जाना। गलत आंसर हो जाएगा। हुण तो मैं ऑनलाइन बैठी है बेटे, खतरनाक तो मैं है, मैनू पता है, पर हुण मैं ऑनलाइन बैठी है, मैं कुछ कर नहीं सकती। ना थप्पड़ वज सकता है, ना डांट पै सकती है, ना डंडा पै सकता है। इस करके डरना नहीं है, जवाब देना। हुण मैनू एक गल दा जवाब दिओ, इस वेले अपने कोल मोदी साहब बैठे ने केंद्र च, पार्लीमेंट च अपने मोदी साहब प्राइम मिनिस्टर बैठे ने। जेकर मोदी दे मंत्री मंडल विच सारे मंत्री मोदी दी पार्टी दे ही होणगे, बीजेपी दे ही होणगे, तां सरकार वधिया चलूगी। के जेकर प्रधानमंत्री दे नाल वख-वख राजनीतिक दलों तो मैंबर होणगे, कुछ बीजेपी दे होणगे, कुछ कांग्रेस दे होणगे, कुछ रले मिले होणगे, तां सरकार वधिया चलूगी। दिओ जवाब। बड़ी जी वख-वख होंगे तो चलूगी जी वधिया जी। जे मोदी के फिर नहीं चलने जी, इकट्ठे होंगे फिर नहीं चलने की। वख-वख होणगे तां वधिया होगी है। हाँ जी, ਆਪਾਂ सरकार चलाने की गल हो रही है। मान लो प्रधानमंत्री है, मैं प्रधानमंत्री हाँ, हाँ जी, जेकर मेरे नाल मेरी पार्टी के सारे बंदे होंगे, मान लो मेरे नाल 70 बंदे है, 70 मंत्री है मेरे नाल, मेरे पॉइंट समझियो कि मान लो मैं प्रधानमंत्री है, मेरे नाल 70 मंत्री है, ठीक है जी।
ਜੇ ਮੈਂ ਕੋਈ ਕਾਨੂੰਨ ਪਾਸ ਕਰਨਾ, ਕੋਈ ਕੰਮ ਕਰਨਾ, ਤਾਂ ਮੈਂ ਆਸਾਨੀ ਨਾਲ ਕਰ ਸਕੂੰਗੀ ਜੇ ਮੇਰੇ ਹੀ 70 ਬੰਦੇ ਮੇਰੇ ਨਾਲ ਨੇ, ਜਾਂ ਮੈਂ ਹਾਂਜੀ ਪ੍ਰਧਾਨ ਮੰਤਰੀ ਹਾਂ, ਮੇਰੇ ਨਾਲ ਬਾਕੀ ਪਾਰਟੀਆਂ ਦੇ ਕਿਸੇ ਦੇ 5 ਨੇ, ਕਿਸੇ ਦੇ 7 ਨੇ, ਕਿਸੇ ਦੇ 10 ਨੇ, ਉਦੋਂ ਮੈਨੂੰ ਕੰਮ ਕਰਨਾ ਸੌਖਾ ਹੈ ਕਿ ਜੇ ਮੇਰੇ ਹੀ ਬੰਦੇ ਮੇਰੇ ਨਾਲ ਹੋਣਗੇ ਤਾਂ ਮੈਨੂੰ ਕੰਮ ਕਰਨਾ ਸੌਖਾ ਹੈ। ਹਾਂਜੀ, ਨਾ ਵੈਰੀ ਜਦੋਂ ਗੁੱਡ। ਵੱਖ-ਵੱਖ ਹੋਣ। ਜਦੋਂ ਸਾਡੇ ਇੱਕੋ ਪਾਰਟੀ ਦੇ ਮੈਂਬਰ ਹੋਣਗੇ, ਖੁਰਸ਼ਾਦ ਨੇ ਬਿਲਕੁਲ, ਮੇਰੇ ਕੋਲ ਬੈਠੀ ਹੈ ਖੁਰਸ਼ਾਦ ਸਕੂਲ ਚ, ਉਹਨੇ ਮੈਨੂੰ ਬਿਲਕੁਲ ਠੀਕ ਜਵਾਬ ਦਿੱਤਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਦੇ ਨਾਲ ਉਹਦੇ ਸਾਰੇ ਮੈਂਬਰ ਉਹਦੀ ਪਾਰਟੀ ਦੇ ਹੀ ਹੋਣਗੇ ਤਾਂ ਪ੍ਰਧਾਨ ਮੰਤਰੀ ਲਈ ਸਰਕਾਰ ਚਲਾਉਣੀ ਸੌਖੀ ਹੁੰਦੀ ਹੈ, ਸਰਕਾਰ ਆਸਾਨੀ ਨਾਲ ਕੰਮ ਕਰ ਸਕਦੀ ਹੈ, ਸਰਕਾਰ ਆਸਾਨੀ ਨਾਲ ਕਾਨੂੰਨ ਬਣਾ ਸਕਦੀ ਹੈ। ਕਿਉਂਕਿ ਬੇਟੇ ਜੇ ਤਾਂ ਵੱਖ-ਵੱਖ ਹੋਏ ਫਿਰ ਉਹਨਾਂ ਨੇ ਕੀ ਹੈ, ਲੜੀ ਹੋ ਜਾਣਾ ਆਪਸ ਵਿੱਚ। ਦੱਸੋ ਲੜਨਗੇ ਕਿ ਨਹੀਂ ਲੜਨਗੇ? ਹਾਂਜੀ, ਮੰਨ ਹੈ ਲਓ ਜੀ। ਮੋਦੀ ਸਾਹਿਬ, ਮੋਦੀ ਇਜ਼ ਦਾ ਪ੍ਰਾਈਮ ਮਿਨਿਸਟਰ, ਮੋਦੀ ਇਜ਼ ਦਾ ਸਟਰੋਂਗ ਪ੍ਰਾਈਮ ਮਿਨਿਸਟਰ। ਮੇਰੀ ਗੱਲ ਸਮਝ ਰਹੀ? ਮੋਦੀ ਕੀ ਹੈ, ਇੱਕ ਹਾਂਜੀ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਹੈ। ਕਿਉਂ ਹੈ? ਹੁਣ ਦੇਖੋ ਮੋਦੀ ਕਿਸੇ ਦੀ ਪਰਵਾਹ ਨਹੀਂ ਕਰਦੇ, ਨਰਿੰਦਰ ਮੋਦੀ ਆਪਣੇ ਫੈਸਲੇ ਟੱਟ ਕੇ ਜੋ ਜਿਹੜਾ ਕਾਨੂੰਨ ਕਹਿੰਦੇ ਨੇ ਚੱਕ ਪਾਸ। ਕਾਰਨ ਕਿਉਂਕਿ ਮੋਦੀ ਦੇ ਨਾਲ ਜਿਹੜੇ 70-80 ਮੰਤਰੀ ਨੇ ਉਹ ਸਾਰੇ ਕਿਹੜੀ ਪਾਰਟੀ ਦੇ ਨੇ? ਮੋਦੀ ਦੀ ਆਪਣੀ ਪਾਰਟੀ ਬੀਜੇਪੀ ਦੇ। ਤੇ ਜੇ ਵਿਚਾਰਾ ਪ੍ਰਧਾਨ ਮੰਤਰੀ ਕਮਜ਼ੋਰ ਹੋਵੇ, ਉਹਨੇ 5 ਬੰਦੇ ਕਿਸੇ ਤੋਂ ਲਏ ਹੋਣ, 10 ਕਿਸੇ ਪਾਰਟੀ ਦੇ ਲਏ ਹੋਣ, ਰਲ ਮਿਲ ਕੇ ਸਰਕਾਰ ਬਣੀ ਹੋਵੇ, ਫਿਰ ਕੀ ਹੋਊਗਾ? ਜਦੋਂ ਪ੍ਰਧਾਨ ਮੰਤਰੀ ਨੇ ਕੋਈ ਕੰਮ ਕਰਨ ਲੱਗਣਾ ਸਰਕਾਰ ਨੇ, ਉਹ ਉਹਨਾਂ ਨੇ ਆਪਸ ਵਿੱਚ ਲੜ ਪੈਣਾ। ਇੱਕ ਨੇ ਕਹਿਣਾ ਅਸੀਂ ਨਹੀਂ ਮੰਨਦੇ, ਦੂਜੇ ਨੇ ਕਹਿਣਾ ਅਸੀਂ ਨਹੀਂ ਮੰਨਦੇ, ਉਹਨਾਂ ਨੇ ਆਪਸ ਵਿੱਚ ਹੀ ਲੜ ਪੈਣਾ। ਮੇਰਾ ਪੁਆਇੰਟ ਫੋਲੋ ਕੀਤੇ? ਹਾਂਜੀ ਬੋਲ ਦੋ। ਹਾਂਜੀ ਹੁਣ ਮੇਰੇ ਪੁਆਇੰਟ ਫੋਲੋ ਕਰਕੇ ਸਰਕਾਰ, ਜਦੋਂ ਪਾਰਲੀਮੈਂਟਰੀ ਸਰਕਾਰ ਦੇ ਵਿੱਚ ਬੇਟੇ ਬਹੁਤ ਇੰਪੋਰਟੈਂਟ ਪੁਆਇੰਟ ਹੈ, ਪਾਰਲੀਮੈਂਟ ਸਰਕਾਰ ਦੇ ਵਿੱਚ ਸਰਕਾਰ ਕਦੋਂ ਵਧੀਆ ਤਰ੍ਹਾਂ ਕੰਮ ਕਰੇਗੀ? ਜਦੋਂ ਪ੍ਰਧਾਨ ਮੰਤਰੀ ਅਤੇ ਉਸਦੇ ਸਾਰੇ ਮੰਤਰੀ ਇੱਕੋ ਰਾਜਨੀਤਿਕ ਦਲ ਦੇ ਹੋਣਗੇ। ਜੇਕਰ ਤਾਂ ਇੱਕੋ ਰਾਜਨੀਤਿਕ ਦਲ ਦੇ ਹੈ ਫਿਰ ਪ੍ਰਧਾਨ ਮੰਤਰੀ ਵੀ ਸ਼ਕਤੀਸ਼ਾਲੀ ਹੋਏਗਾ, ਉਹ ਆਰਾਮ ਨਾਲ ਫੈਸਲੇ ਵੀ ਲੈ ਸਕਦਾ ਹੈ, ਸਰਕਾਰ ਆਪਣੀ ਮਰਜ਼ੀ ਨਾਲ ਕਾਨੂੰਨ ਵੀ ਬਣਾ ਸਕਦੀ ਹੈ, ਸਰਕਾਰ ਕੰਮ ਵੀ ਵਧੀਆ ਤਰ੍ਹਾਂ ਕਰ ਸਕਦੀ ਹੈ। ਪਰ ਜੇ ਪ੍ਰਧਾਨ ਮੰਤਰੀ ਦੇ ਨਾਲ ਕਈ ਦਲਾਂ ਦੇ ਮੈਂਬਰ ਜੁੜੇ ਹੋਣਗੇ ਤਾਂ ਉਹ ਆਪਸ ਵਿੱਚ ਹੀ ਲੜਦੇ ਰਹਿਣਗੇ, ਫਿਰ ਸਰਕਾਰ ਵਧੀਆ ਕੰਮ ਨਹੀਂ ਕਰ ਸਕਦੀ। ਇਹਨੂੰ ਆਪਾਂ ਕਹਿੰਦੇ ਆ ਰਾਜਨੀਤਿਕ ਇਕਰੂਪਤਾ। ਕੀ ਕਹਿੰਦੇ ਆ ਪੁੱਤਰ ਇਹਨੂੰ ਆਪਾਂ? ਰਾਜਨੀਤਿਕ ਇਕਰੂਪਤਾ, ਕਿ ਪ੍ਰਧਾਨ ਮੰਤਰੀ ਅਤੇ ਸਾਰੇ ਮੰਤਰੀ ਇੱਕੋ ਰਾਜਨੀਤਿਕ ਦਲ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ। ਹੁਣ ਤੁਸੀਂ ਪਹਿਲਾਂ ਮੈਨੂੰ ਦੱਸੋ ਵੀ ਇਹ ਪੁਆਇੰਟ ਫੋਲੋ ਕਰਕੇ ਮੈਂ ਤਾਂ ਅੱਗੇ ਚੱਲਾਂ? ਕਰ ਗਏ ਜੀ? ਹਾਂਜੀ ਚੱਲਾਂ ਮੈਂ? ਹਾਂਜੀ ਮੈਮ। ਹੁਣ ਗਲਤੀ ਨਾ ਕਰਿਓ, ਇਹ ਤੁਹਾਨੂੰ, ਇਹ ਤੁਹਾਡੀ ਜਨਰਲ ਨੌਲੇਜ ਦੇ ਲਈ ਹੈ। ਅਗਲੀ ਚੀਜ਼, ਮੈਂ 2 ਚੀਜ਼ਾਂ ਤੁਹਾਨੂੰ ਲੈਸਨ ਦੇ ਦੌਰਾਨ ਕਰਾਈਆਂ ਸੀ, ਦੋ ਚੀਜ਼ਾਂ ਮੈਂ ਕਰਾਈਆਂ ਸੀ ਲੈਸਨ ਦੇ ਦੌਰਾਨ। ਇੱਕ ਕਰਾਈ ਸੀ ਵਿਅਕਤੀਗਤ ਜ਼ਿੰਮੇਵਾਰੀ, ਇੰਡੀਵਿਜੂਅਲ ਰਿਸਪੌਂਸਿਬਿਲਟੀ, ਵੀ ਜੇ ਇੱਕ ਮੰਤਰੀ ਦਾ ਕੰਮ ਹੈ, ਇੱਕ ਮੰਤਰੀ ਨੂੰ ਡਿਪਾਰਟਮੈਂਟ ਦਿੱਤਾ ਹੋਇਆ ਹੈ, ਉਸੇ ਡਿਪਾਰਟਮੈਂਟ 'ਚ ਕੁਝ ਗੜਬੜ ਹੋ ਗਈ ਤਾਂ ਤਿਆਗ ਪੱਤਰ ਕੌਣ ਦਊਗਾ? ਉਹੀ ਮੰਤਰੀ ਤਿਆਗ ਪੱਤਰ ਦਊਗਾ। ਦੂਜਾ ਮੈਂ ਦੱਸਿਆ ਸੀ ਕਿ ਜੇਕਰ ਸਰਕਾਰੀ ਬਿੱਲ ਰੱਦ ਹੋ ਜਾਵੇ ਜਾਂ ਸਰਕਾਰ ਦੀ ਕੋਈ ਗਲਤੀ ਹੋਵੇ ਜਾਂ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਹੋ ਜਾਵੇ ਤਾਂ ਇੱਕ ਬੰਦਾ ਤਿਆਗ ਪੱਤਰ ਨਹੀਂ ਦਊਗਾ, ਪੂਰੀ ਦੀ ਪੂਰੀ ਸਰਕਾਰ ਹੀ ਤਿਆਗ ਪੱਤਰ ਦੇਗੀ। ਉਹਨੂੰ ਆਪਾਂ ਕਹਿੰਦੇ ਸੀ ਸਾਂਝੀ ਜ਼ਿੰਮੇਵਾਰੀ, ਕਲੈਕਟਿਵ ਰਿਸਪੌਂਸਿਬਿਲਟੀ। ਠੀਕ ਹੈ, ਹੁਣ ਤੁਸੀਂ ਪਹਿਲਾ ਪ੍ਰਸ਼ਨ ਲਿਖੋ ਕਿ ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਦੀ ਜ਼ਿੰਮੇਵਾਰੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ? ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਦੀ ਜ਼ਿੰਮੇਵਾਰੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ? ਇਹ ਕੋਈ ਅੱਛਾ ਕੁਐਸਚਨ ਨਹੀਂ ਹੈ, ਬਟ ਮੈਂ ਤੁਹਾਡੇ ਸਮਝਾਉਣ ਲਈ ਲਿਖਾ ਰਹੀ ਹਾਂ। ਲਿਖੋ ਜੀ 2 ਤਰ੍ਹਾਂ ਦੀ responsibility of adjective is for 2 types. Number 1, individual responsibility, व्यक्तिगत जिम्मेवारी। नंबर 2, समूहिक या साझी जिम्मेवारी, कोलेक्टिव रिस्पॉन्सिबिलिटी। व्यक्तिगत जिम्मेवारी, इंडिविजुअल रिस्पॉन्सिबिलिटी, समूहिक या साझी, साझी मैंने सब दी, समूहिक या साझी जिम्मेवारी, कोलेक्टिव रिस्पॉन्सिबिलिटी। ਹੁਣ ਅੱਗੇ ਲਿਖੋ, ਜਦੋਂ ਇੱਕ ਮੰਤਰੀ ਦੀ ਗਲਤੀ ਕਾਰਨ, ਜਦੋਂ ਇੱਕ ਮੰਤਰੀ ਅਤੇ ਇੱਕ ਵਿਭਾਗ ਦੀ ਗਲਤੀ ਕਾਰਨ, ਮੈਨੂੰ ਇੰਨਾ ਪਤਾ ਜਿਹੜੇ ਬੱਚੇ ਕਲਾਸ ਅਟੈਂਡ ਕਰਨਗੇ ਉਹਨਾਂ ਨੇ ਆਪੇ ਹੀ 20 ਚੋਂ 20 ਨੰਬਰ ਲੈ ਜਾਣੇ ਆ। ਤੁਸੀਂ ਜਿੱਥੋਂ ਮਰਜ਼ੀ ਕੋਈ ਪ੍ਰਸ਼ਨ ਪਾ ਲਵੇ, ਇਹ ਤੋਂ ਬਾਹਰ ਨਹੀਂ ਜਾ ਸਕਦਾ, ਲੈਸਨ ਚੋਂ ਹੀ ਪਾਊਗਾ। ਠੀਕ ਹੈ,
ਜਦੋਂ ਇੱਕ ਮੰਤਰੀ ਦੀ ਗਲਤੀ ਕਾਰਨ, ਇੱਕ ਵਿਭਾਗ ਦੀ ਗਲਤੀ ਕਾਰਨ ਇੱਕੋ ਬੰਦਾ ਅਸਤੀਫਾ ਦਿੰਦਾ ਹੈ, ਇੱਕੋ ਮੰਤਰੀ ਅਸਤੀਫਾ ਦਿੰਦਾ ਹੈ, ਤਾਂ ਉਸ ਨੂੰ ਵਿਅਕਤੀਗਤ ਜ਼ਿੰਮੇਵਾਰੀ ਕਿਹਾ ਜਾਂਦਾ ਹੈ। When only one minister is accused for default in one department and he gave the resignation, that it is called individual responsibility. इंडिविजुअल रिस्पॉन्सिबिलिटी। दूसरी गल, अगला देखो नंबर 2, जदों सरकारी बिल रद्द होने कारण, जदों सरकारी बिल रद्द होने कारण कौमा अविश्वास के प्रस्ताव कारण कौमा सरकार की किसी वड्डी गलती कारण सारे मंत्री परिषद इकट्ठी अस्तीफा देती है, त्याग पत्र देती है, रिजाइन देती है, तो उसको आप कहने हैं समूहिक या सांझी जिम्मेवारी, कलैक्टिव रिस्पॉन्सिबिलिटी। कलैक्टिव रिस्पॉन्सिबिलिटी, ठीक है बेटे। ਹੁਣ ਤੁਹਾਨੂੰ ਵਿਅਕਤੀਗਤ ਜ਼ਿੰਮੇਵਾਰੀ ਤੇ ਵੀ ਕੁਐਸਚਨ ਆ ਸਕਦਾ ਹੈ, ਤੁਹਾਨੂੰ ਸਾਂਝੀ ਜ਼ਿੰਮੇਵਾਰੀ ਤੇ ਵੀ ਕੁਐਸਚਨ ਆ ਸਕਦਾ ਹੈ। ਸੋਚ ਲਿਓ ਵੀ ਤੁਹਾਨੂੰ ਕੀ ਪੁੱਛਿਆ ਗਿਆ। ਸਿੱਧਾ ਵੀ ਪੁੱਛ ਸਕਦੇ ਆ ਵਿਅਕਤੀਗਤ ਜ਼ਿੰਮੇਵਾਰੀ ਕੀ ਹੈ, ਸਾਂਝੀ ਜ਼ਿੰਮੇਵਾਰੀ ਕੀ ਹੈ, ਠੀਕ ਹੈ। ਮੈਂ ਫਿਰ ਤੁਹਾਨੂੰ ਨੋਟਸ ਵਿੱਚ ਕਰਾਇਆ ਹੋਇਆ ਹੈ, ਲਾਈਵ ਕਲਾਸ ਚ ਕਰਾਇਆ ਹੋਇਆ ਔਰ ਬੜੀ ਡਿਟੇਲ ਚ ਕਰਾਇਆ, ਠੀਕ ਹੈ ਜੀ। ਇਹਦੇ ਤੇ ਵੀ ਕੁਐਸਚਨ ਸਸਤੀ ਸਰਕਾਰ ਵਿੱਚ ਪੁੱਛਿਆ ਜਾ ਸਕਦਾ ਹੈ। ਹੋਰ ਬੇਟੇ ਸਸਤੀ ਸਰਕਾਰ ਚ ਇੱਕ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ कि संसदी, नोट करो, संसदी सरकार विच प्रधान मंत्री अते मंत्री परिषद नूं 5 साल तो पहला किस मते राही पदवी तो हटाया जा सकता है। बिफोर कंप्लीटिंग 5 years प्राइम मिनिस्टर एंड काउंसिल ऑफ मिनिस्टर, पूरी प्रधानमंत्री अते मंत्री परिषद नूं पूरियां नूं ਉਹਦੇ ਤੋਂ ਹਟਾਣਾ ਹੈ, ਆਫਿਸ ਤੋਂ ਹਟਾਣਾ ਹੈ, ਕਿਹਦੇ ਰਾਹੀਂ? ਤਾਂ ਇਹਦਾ ਜਵਾਬ ਹੈਗਾ ਅਵਿਸ਼ਵਾਸ ਦੇ ਪ੍ਰਸਤਾਵ ਰਾਹੀਂ। ਵੋਟ ਫॉर ਨॉन ਕੌਨਫੀਡੈਂਸ ਮੋਸ਼ਨ, ਅਵਿਸ਼ਵਾਸ ਦੇ ਪ੍ਰਸਤਾਵ ਰਾਹੀਂ, ਠੀਕ ਹੈ ਜੀ। ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਇਕੱਠਾ ਹੀ ਪਦਵੀ ਤੋਂ ਹਟਾਇਆ ਜਾ ਸਕਦਾ ਹੈ, ਕਦੋਂ? ਜਦੋਂ ਇਹਨਾਂ ਦੇ ਖਿਲਾਫ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਹੋ ਜਾਵੇ। ਹੁਣ ਅਗਲਾ ਕੁਐਸਚਨ ਇੱਕ ਹੋਰ ਬਣ ਗਿਆ ਕਿ ਅਵਿਸ਼ਵਾਸ ਦਾ ਪ੍ਰਸਤਾਵ ਕਿੱਥੇ ਪਾਸ ਹੁੰਦਾ ਹੈ ਤੇ ਕੌਣ ਪ੍ਰਸਤਾਵ ਪਾਸ ਕਰਦਾ ਹੈ। ਵੋਟ ਆਫ ਨॉन ਕੌਨਫੀਡੈਂਸ ਕਿੱਥੇ ਪਾਸ ਹੁੰਦਾ ਹੈ, ਵੇਅਰ ਇਟ ਪਾਸਡ ਐਂਡ ਹੂ ਪਾਸ ਦਾ ਨॉन ਕੌਨਫੀਡੈਂਸ ਮੋਸ਼ਨ, ਤੇ ਕੌਣ ਇਹਨੂੰ ਪਾਸ ਕਰਦਾ ਹੈ। ਤਾਂ ਇਹਦਾ ਜਵਾਬ ਹੈਗਾ ਲੋਕ ਸਭਾ, ਕਿ ਲੋਕ ਸਭਾ अविश्वास का प्रस्ताव पास करके प्रधान मंत्री अते मंत्री परिषद नूं 5 साल के निश्चित समय तो पहला पदवी तो हटा सकती है। ठीक हो गया जी। इहदे ते भी तुहानूं क्वेश्चन आ सकता है। दूजी गल, अगला एक होर क्वेश्चन नाल बन गया। देखो क्वेश्चन चो क्वेश्चन निकलना, जिद्दां प्रधानमंत्री अते मंत्री परिषद नूं 5 साल तो पहला हटाया जाता है, ठीक इसे तरीके नाल लोक सभा नूं भी भंग किया जा सकता है। मान लो लोक सभा चुन ली, लोक सभा नूं भी भंग किया जा सकता है। लोक सभा कितने समय लिए चुनी जाती है, लिखो लोक सभा कितने समय लिए चुनी जाती है, 5 साल लिए, ठीक है। पर लोक सभा नूं भी 5 साल तो पहला भंग किया जा सकता है। नहीं 10 मिनट, लोक सभा नूं भी 5 साल तो पहला भंग किया जा सकता है। वो कौन भंग करता है, लिख लो, लोक सभा नूं प्रधान मंत्री अते मंत्री परिषद दे कहण ते राष्ट्रपति भंग कर सकते हैं। लोक सभा नूं प्रधान मंत्री अते मंत्री परिषद दे कहण ते राष्ट्रपति वल्लों भंग किया जा सकता है। लोक सभा कैन बी dissolved before 5 years by the President of India on the advice of Prime Minister and his Council of Minister। प्रधानमंत्री अते मंत्री, ਇਹਦਾ मतलब प्रधानमंत्री ते मंत्री परिषद ਨੂੰ भी 5 साल तो पहला हटाया जा सकता है। ਉਹ ਕੌਣ ਹਟਾਉਂਦਾ, ਲੋਕ ਸਭਾ। ਤੇ ਲੋਕ ਸਭਾ ਨੂੰ ਵੀ 5 ਸਾਲ ਤੋਂ ਪਹਿਲਾਂ ਹਟਾਇਆ ਜਾ ਸਕਦਾ, ਉਹ ਕੌਣ ਹਟਾਉਂਦਾ ਹੈ, ਰਾਸ਼ਟਰਪਤੀ। ਪਰ ਸਲਾਹ ਕਿਹਦੀ ਹੁੰਦੀ ਹੈ, ਪ੍ਰਧਾਨ ਮੰਤਰੀ ਅਤੇ ਮੰਤਰੀ परिषद। ਸੋ ਬੇਟੇ ਇਸ ਟਾਈਪ ਦੇ ਤੁਹਾਨੂੰ
ਹੋਰ ਵੀ ਤੁਸੀਂ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਆ ਜਾਂਦੀਆਂ ਨੇ ਕਿ ਸੰਸਦੀ ਸਰਕਾਰ ਦੇ ਵਿੱਚ ਕਿਸ ਦਾ ਕਾਰਜਕਾਲ ਅਨਿਸ਼ਚਿਤ ਹੁੰਦਾ ਹੈ। ਲਿਖ ਦਿਓ, ਸੰਸਦੀ ਸਰਕਾਰ ਵਿੱਚ ਕਿਸ ਦਾ ਕਾਰਜਕਾਲ ਅਨਿਸ਼ਚਿਤ ਹੁੰਦਾ ਹੈ। ਅਨਿਸ਼ਚਿਤ ਮੈਨੂੰ ਪਤਾ ਹੀ ਨਹੀਂ ਕਦੋਂ ਟੁੱਟ ਜਾਣਾ। ਤਾਂ ਤੁਹਾਡਾ ਜਵਾਬ ਕੀ ਹੈ? ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਲਿਖੋ ਕਿ ਕਾਰਜਪਾਲਿਕਾ ਦਾ ਕਾਰਜਕਾਲ ਅਨਿਸ਼ਚਿਤ ਹੁੰਦਾ ਹੈ। ਕਾਰਜਪਾਲਿਕਾ ਦਾ ਕਾਰਜਕਾਲ ਅਨਿਸ਼ਚਿਤ ਹੁੰਦਾ ਹੈ। ਠੀਕ ਹੈ, ਹੋਰ ਤੁਸੀਂ ਪੜੋਗੇ, ਹੋਰ ਕੁਐਸਚਨਸ ਵੀ ਬਣਨਗੇ। ਇਹ ਨਾ ਸੋਚ ਲਿਓ ਕਿ ਜੋ ਮੈਡਮ ਕਹਿ ਰਹੇ ਨੇ ਪਤਾ ਨਹੀਂ ਉਹੀ ਆ ਪੇਪਰ ਚ ਆ ਜਾਣਾ। ਬੇਟੇ ਤੁਸੀਂ ਜਿੰਨਾ ਪੜੋਗੇ, ਪੇਪਰ ਪਾਉਣ ਵਾਲੇ ਨੇ ਲੈਸਨ ਚੋਂ ਪੇਪਰ ਪਾਉਣਾ ਹੈ, ਤੁਸੀਂ ਪੂਰਾ ਲੈਸਨ ਪੜੋ। ਮੈਂ ਫਿਰ ਕਹਿ ਰਹੀ ਹਾਂ, ਪਾਰਲੀਮੈਂਟਰੀ ਸਰਕਾਰ ਇੰਗਲਿਸ਼ ਦੇ ਵਿੱਚ ਲਿਖਿਆ ਹੋਏਗਾ, YouTube ਦੇ ਉੱਤੇ ਲੈਕਚਰ ਪਿਆ ਹੋਇਆ, ਜੇ ਤੁਸੀਂ ਉਹਨੂੰ ਸੁਣੋਗੇ ਉਹਦੇ ਚ ਦੇਖੋ ਕਿੰਨੇ ਹੀ ਕੁਐਸਚਨਸ ਹੋਰ ਨਿਕਲਣਗੇ, ਉਹ ਤੁਸੀਂ ਇਹ ਦੇਖ ਸਕਦੇ। ਠੀਕ ਹੈ ਜੀ, ਅਗਲੀ ਗੱਲ, ਇੱਕ ਤੁਹਾਨੂੰ ਕੁਐਸਚਨ ਆ ਜਾਂਦਾ, ਭਾਰਤ ਵਿੱਚ ਸਰਵਉੱਚ ਸੱਤਾ ਕਿਸ ਦੇ ਹੱਥ ਵਿੱਚ ਹੈ? ਭਾਰਤ ਵਿੱਚ ਸਰਵਉੱਚ ਸੱਤਾ ਕਿਸ ਦੇ ਹੱਥ ਵਿੱਚ ਹੈ? Who has the supreme sovereignty in India? ਕਿਹਦੇ ਹੱਥ ਵਿੱਚ ਹੈ? ਤਾਂ ਤੁਹਾਨੂੰ ਕਈ ਵਾਰ ਆਪਸ਼ਨ ਪਾ ਦਿੰਦੇ ਨੇ, ਰਾਸ਼ਟਰਪਤੀ ਦੇ ਆ, ਪ੍ਰਧਾਨ ਮੰਤਰੀ ਦੇ ਆ, ਲੋਕਾਂ ਦੇ ਆ, ਸੰਵਿਧਾਨ ਦੇ ਆ। ਤਾਂ ਤੁਸੀਂ ਜਵਾਬ ਦੇਣਾ ਹੈ ਲੋਕਾਂ ਦੇ ਹੱਥ ਵਿੱਚ। ਇਹਦਾ ਜਵਾਬ ਕੀ ਹੈ? ਪੀਪਲ ਆਫ ਇੰਡੀਆ। ਕਿਉਂਕਿ ਚੁਣਦੇ ਕੌਣ ਹੈ? ਪ੍ਰਧਾਨ ਮੰਤਰੀ ਨੂੰ ਵੀ ਕੌਣ ਚੁਣਦੇ ਆ? ਲੋਕ। ਸਭ ਤੋਂ ਉੱਪਰ ਭਾਰਤ ਵਿੱਚ ਲੋਕਾਂ ਨੂੰ ਰੱਖਿਆ ਗਿਆ। ਠੀਕ ਹੈ, ਲੋਕਾਂ ਦੇ ਹੱਥ ਵਿੱਚ। ਉਸ ਤੋਂ ਬਾਅਦ ਸਾਡੇ ਬੇਟੇ ਤੁਹਾਡਾ ਦੂਸਰਾ ਲੈਸਨ ਹੈਗਾ, ਇਹਦੇ ਵਿੱਚ ਭਾਰਤੀ ਲੋਕਤੰਤਰ ਨੂੰ ਨੋਟ ਕਰੋ। ਲੈਸਨ ਦਾ ਨਾਮ ਭਾਰਤੀ ਲੋਕਤੰਤਰ ਦੀਆਂ ਚੁਣੌਤੀਆਂ। ਅਗਲਾ ਲੈਸਨ ਦੱਸ ਰਹੀ ਹਾਂ ਮੈਂ, ਭਾਰਤੀ ਲੋਕਤੰਤਰ ਦੀਆਂ ਚੁਣੌਤੀਆਂ, ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਅਤੇ ਚੁਣੌਤੀਆਂ ਜਾਂ ਸਮੱਸਿਆ। ਚੁਣੌਤੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਹੱਲ। ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਜਾਂ ਚੁਣੌਤੀਆਂ, ਉਹਨਾਂ ਨੂੰ ਦੂਰ ਕਰਨ ਦੇ ਹੱਲ, ਭਾਰਤੀ ਲੋਕਤੰਤਰ। ਹਾਂਜੀ, ਭਾਰਤੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਲਿਖੋ। ਲਾ ਭਾਰਤੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਕਿੱਥੋਂ ਪਤਾ ਲੱਗਦਾ ਕਿ ਭਾਰਤ ਵਿੱਚ ਲੋਕਤੰਤਰ ਹੈ? ਕਾਪੀ ਤੇ ਦੇਖਣਾ, ਮੈਂ ਇੱਕ ਵਰਡ ਟੂ ਵਰਡ ਤੁਹਾਨੂੰ ਕਰਵਾਇਆ ਹੋਇਆ, ਨੋਟਸ ਵੀ ਦਿੱਤੇ ਹੋਏ ਨੇ, ਡਿਕਟੇਟ ਬੋਲ ਬੋਲ ਕੇ ਕਰਾਇਆ ਹੋਇਆ। ਫਿਰ ਵੀ ਤੁਸੀਂ YouTube 'ਚ ਦੇਖ ਸਕਦੇ ਹੋ। ਕਿੱਥੋਂ ਪਤਾ ਲੱਗਦਾ ਭਾਰਤ ਵਿੱਚ ਲੋਕਤੰਤਰ ਹੈ? ਹਾਂਜੀ, ਕਿੱਥੋਂ ਪਤਾ ਲੱਗਦਾ? ਨੰਬਰ 1 ਲਿਖੋ, ਸੰਵਿਧਾਨ ਹੈ ਸਾਡਾ, ਕਨਸਟੀਟਿਊਸ਼ਨ ਹੈਗਾ ਇੰਡੀਆ ਦਾ। ਨੰਬਰ 2, ਸ਼ਕਤੀ ਜਨਤਾ ਦੇ ਹੱਥ ਵਿੱਚ ਹੈ, ਪਾਵਰ ਇਜ਼ ਵਿਦ ਦਾ ਪੀਪਲ। ਨੰਬਰ 3, ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਹੱਕ ਹੈ, ਬਾਲਗ ਮਤ ਅਧਿਕਾਰ ਕਹਿੰਦੇ ਇਹਨੂੰ, ਬ੍ਰੈਕਟ 'ਚ ਲਿਖੋ, ਬਾਲਗ ਮਤ ਅਧਿਕਾਰ। ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਹੱਕ ਹੈ। All people have adult franchise a right to vote, ਇਹਨੂੰ ਕਹਿੰਦੇ adult franchise, ਬਾਲਗ ਮਤ ਅਧਿਕਾਰ। ਠੀਕ ਹੈ, ਨਾਗਰਿਕਾਂ ਨੂੰ ਮੌਲਿਕ ਅਧਿਕਾਰ। ਨੰਬਰ 4, ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦਿੱਤੇ ਗਏ ਹਨ। All citizens have fundamental rights। ਭਾਰਤ ਵਿੱਚ ਸੁਤੰਤਰ ਨਿਆਂਪਾਲਿਕਾ ਦੀ ਸਥਾਪਨਾ ਕੀਤੀ ਗਈ ਹੈ। There is independent judiciary in India। ਭਾਰਤ ਦੇ ਲੋਕਾਂ ਨੂੰ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ। People have right to criticize the government। ਠੀਕ ਹੈ ਜੀ, criticize the government। ਹੋਰ ਇਸ ਤੋਂ ਇਲਾਵਾ ਬਹੁਤ ਪੁਆਇੰਟ ਨੇ ਬੇਟੇ। ਰਾਜਨੀਤਿਕ ਦਲ, ਭਾਰਤ ਵਿੱਚ ਬਣੇ ਹੋਏ ਰਾਜਨੀਤਿਕ ਦਲ, ਕਿਉਂਕਿ ਜੇ ਸਾਨੂੰ ਸੁਤੰਤਰਤਾ ਹੈ, ਅਧਿਕਾਰ ਹਨ, ਤਾਂ ਹੀ ਅਸੀਂ ਰਾਜਨੀਤਿਕ ਦਲ ਬਣਾਏ ਹੋਏ ਨੇ। ਅੱਛਾ, ਫਿਰ ਚੋਣਾਂ, ਕਿ ਭਾਰਤ ਵਿੱਚ ਆਏ 5 ਸਾਲ ਬਾਅਦ ਚੋਣਾਂ ਕਰਾਈਆਂ ਜਾਂਦੀਆਂ। ਲੋਕ ਸਭਾ ਦੀਆਂ ਚੋਣਾਂ, ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ, ਪੰਚਾਇਤਾਂ ਦੀਆਂ ਚੋਣਾਂ, ਨਗਰ ਪਾਲਿਕਾਵਾਂ ਦੀਆਂ ਚੋਣਾਂ। ਚੋਣਾਂ ਦੇ ਨਾਲ ਬੇਟੇ ਮੈਨੂੰ 2-3 ਕੁਐਸਚਨ ਯਾਦ ਆ ਗਏ, ਨੋਟ ਕਰ ਲਓ। ਹਾਂ ਵੀ ਜਨਰਲ ਨੌਲੇਜ ਦਾ ਕੁਐਸਚਨ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਬੋਰਡ 'ਚ ਕਈ ਵਾਰੀ ਆਇਆ, ਨੋਟ ਕਰੋ। ਭਾਰਤ ਵਿੱਚ ਪਹਿਲੀਆਂ ਸੁਤੰਤਰ ਚੋਣਾਂ ਕਦੋਂ ਕਰਾਈਆਂ ਗਈਆਂ? ਭਾਰਤ ਵਿੱਚ ਪਹਿਲੀਆਂ ਸੁਤੰਤਰ ਚੋਣਾਂ ਕਦੋਂ ਕਰਾਈਆਂ ਗਈਆਂ? ਕਦੋਂ ਕਰਾਈਆਂ? ਕਦੋਂ ਕਰਾਈਆਂ? ਕੋਈ ਬੱਚਾ ਦੱਸੇਗਾ ਮੈਨੂੰ? 1950 'ਚ ਸੰਵਿਧਾਨ ਬਣਿਆ, ਉਸ ਤੋਂ ਬਾਅਦ ਹੋਈਆਂ। ਮੈਂ ਲਿਖਾਇਆ ਹੋਇਆ, ਮੈਨੂੰ ਲੱਗਦਾ ਜਿੰਨੀ ਵਾਰੀ ਮੈਂ ਨੋਟਸ ਕਰਾਨੀ ਹੈ ਮੈਂ ਬੋਲਦੀ ਹਾਂ। ਵੈਸੇ ਤੁਹਾਡੀ ਜਨਰਲ ਨੌਲੇਜ ਦਾ ਕੁਐਸਚਨ ਹੈ। ਪਹਿਲੀ ਵਾਰੀ ਭਾਰਤ ਵਿੱਚ ਲੋਕ ਸਭਾ ਦੀਆਂ ਸੁਤੰਤਰ ਚੋਣਾਂ ਕਰਾਈਆਂ 1952 ਵਿੱਚ। ਨੋਟ ਕਰੋ, 1952 ਵਿੱਚ ਪਹਿਲੀ ਵਾਰੀ ਲੋਕ ਸਭਾ ਦੀਆਂ ਸੁਤੰਤਰ ਚੋਣਾਂ ਕਰਾਈਆਂ। ਉਸ ਤੋਂ ਅੱਗੇ ਲਿਖੋ ਕਿ ਭਾਰਤ ਵਿੱਚ ਹੁਣ ਤੱਕ ਲੋਕ ਸਭਾ ਦੀਆਂ ਕਿੰਨੀਆਂ ਚੋਣਾਂ ਹੋ ਚੁੱਕੀਆਂ ਹਨ? ਹੁਣ ਤੱਕ
1952 ਤੋਂ ਲੈ ਕੇ ਹੁਣ ਤੱਕ 2021 ਤੱਕ ਕਿੰਨੀਆਂ ਸੁਤੰਤਰ ਚੋਣਾਂ ਹੋ ਚੁੱਕੀਆਂ ਹਨ ਭਾਰਤ ਵਿੱਚ? 17 ਸੁਤੰਤਰ ਚੋਣਾਂ ਹੋ ਚੁੱਕੀਆਂ। ਕਿੰਨੀਆਂ ਹੋ ਗਈਆਂ ਬੇਟੇ? 17। ਠੀਕ ਹੈ। ਹੁਣ ਤੀਸਰਾ ਕੁਐਸਚਨ ਇੱਕ ਹੋਰ ਆ ਜਾਂਦਾ ਵੀ ਹੁਣ 17ਵੀਂ ਲੋਕ ਸਭਾ ਦੀ ਚੋਣ ਕਦੋਂ ਹੋਈ ਸੀ? ਹਾਂਜੀ ਦੱਸੋ, ਲਾਸਟ ਵਾਰੀ ਮੇਰਾ ਪ੍ਰਾਈਮ ਮਿਨਿਸਟਰ ਮੋਦੀ ਜੀ ਕਦੋਂ ਬਣੇ ਆ ਭਲਾ? ਦੱਸੇਗਾ ਕੋਈ ਬੱਚਾ? 17ਵੀਂ ਲੋਕ ਸਭਾ ਦੀ ਚੋਣ ਕਦੋਂ ਹੋਈ ਹੈ? ਪਿਛਲੀ ਵਾਰੀ ਪ੍ਰਧਾਨ ਮੰਤਰੀ ਜਦੋਂ ਮੋਦੀ ਬਣੇ ਨੇ, ਦੂਸਰੀ ਵਾਰੀ ਕਦੋਂ ਬਣੇ ਨੇ? 2019 ਚ। ਹੁਣ ਤੁਹਾਡਾ ਇੱਕ ਹੋਰ ਕੁਐਸਚਨ ਬਣ ਗਿਆ, 18ਵੀਂ ਲੋਕ ਸਭਾ ਦੀਆਂ ਚੋਣਾਂ ਕਦੋਂ ਹੋਣਗੀਆਂ? ਕਦੇ ਹੋਈਆਂ ਨਹੀਂ। 18ਵੀਂ ਲੋਕ ਸਭਾ ਦੀਆਂ ਚੋਣਾਂ ਕਦੋਂ ਹੋਣਗੀਆਂ? ਹੁਣ ਗਿਣੋ, 19, 20, 21, 22, 23 ਕਿਹੜੇ ਹੋਣਗੀਆਂ? 2023 ਚ। 2023 ਚ। ਹੁਣ ਇੱਕ ਹੋਰ ਕੁਐਸਚਨ ਨਿਕਲ ਗਿਆ ਇਹਦੇ ਚ, ਦੇਖੋ ਬੜੀ ਗੱਲ ਚੋਂ ਗੱਲ ਨਿਕਲਣੀ ਹੈ। 17ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਿਸ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ? ਦੇਖੋ 17ਵੀਂ ਲੋਕ ਸਭਾ ਦੀਆਂ ਚੋਣਾਂ ਜਿਹੜੀ 2019 ਚ ਹੋਈਆਂ, ਕਿਸ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ? ਕਿਹੜੀ ਨੂੰ ਹੋਈ ਸੀ? ਨਰਿੰਦਰ ਮੋਦੀ ਦੀ ਪਾਰਟੀ ਨੂੰ। ਬ੍ਰੈਕਟ ਚ ਲਿਖ ਲਓ, ਨਰਿੰਦਰ ਮੋਦੀ ਦੀ ਕਿਹੜੀ ਪਾਰਟੀ ਹੈ? ਬੀਜੇਪੀ। ਭਾਰਤੀ ਜਨਤਾ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ, ਪਰ ਭਾਰਤੀ ਜਨਤਾ ਪਾਰਟੀ ਇਕੱਲੀ ਨਹੀਂ ਸੀ। ਬ੍ਰੈਕਟ ਚ ਲਿਖੋ ਐਨਡੀਏ, ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ। ਐਨਡੀਏ ਪਾਰਟੀ ਸੀ, ਐਨਡੀਏ ਸਭ ਤੋਂ ਵੱਡੀ ਪਾਰਟੀ ਸੀ ਬੀਜੇਪੀ, ਉਹਨੂੰ ਜਿੱਤ ਪ੍ਰਾਪਤ ਹੋਈ। ਤਾਂ ਪ੍ਰਧਾਨ ਮੰਤਰੀ ਕੀ ਬਣੇ? ਮੋਦੀ। ਸਮਝ ਆ ਗਈ ਵੀ? ਆ ਦੇਖੋ ਹੁਣ ਚੋਣਾਂ ਤੋਂ ਹੀ ਆਪਾਂ ਕਿੰਨਾ ਕੁਝ ਕੱਢ ਲਿਆ। ਪਤਾ ਨਹੀਂ ਮੈਂ ਕਿੱਥੇ ਸੀ, ਮੈਨੂੰ ਇਹ ਵੀ ਨਹੀਂ ਯਾਦ। ਆਪਾਂ ਭਾਰਤੀ ਲੋਕਤੰਤਰ ਦੀ ਵਿਸ਼ੇਸ਼ਤਾਵਾਂ ਦੀ ਕਿੱਥੋਂ ਪਤਾ ਲੱਗਦਾ ਕਿ ਭਾਰਤ ਚ ਲੋਕ ਕਿੰਨੇ ਪੜ੍ਹਦੇ? ਜਦੋਂ ਬੇਟੇ ਤੁਸੀਂ ਪੜ੍ਹਨ ਲੱਗਦੇ ਹੋ ਨਾ, ਜੇ ਤੁਸੀਂ ਇੰਟਰਸਟ ਨਾਲ ਪੜ੍ਹਦੇ ਹੋ, ਕਿੱਥੋਂ ਗੱਲ ਚੋਂ ਗੱਲ ਬਣਦੀ, ਇੱਕ ਗੱਲ ਸਮਝ ਆਊਗੀ ਤਾਂ ਦੂਜੀ ਜਾਊਗੀ। ਠੀਕ ਹੈ। ਹੁਣ ਜੇ ਤੁਹਾਨੂੰ ਕੋਈ ਪੁੱਛੇ ਵੀ ਭਾਰਤ ਵਿੱਚ ਸ਼ਕਤੀ ਲੋਕਾਂ ਦੇ ਹੱਥ ਵਿੱਚ ਹੈ, ਜੇ ਭਾਰਤ ਵਿੱਚ ਆਪਾਂ ਇਹ ਕਰੀਏ ਪ੍ਰਸ਼ਾਦ ਵੀ ਕੁਝ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਈਏ, ਕੁਝ ਨੂੰ ਨਾ ਦੇਈਏ, ਫਿਰ ਚੰਗੀ ਗੱਲ ਹੈ? ਜੇ ਅਸੀਂ ਕਹਿ ਦਈਏ ਵੀ ਅਮੀਰ ਲੋਕ ਵੋਟ ਪਾਉਣਗੇ, ਭਾਈ ਗਰੀਬ ਨਹੀਂ ਪਾਉਣਗੇ, ਚੰਗੀ ਗੱਲ ਹੈ? ਨਹੀਂ। ਜੇ ਅਸੀਂ ਕਹੀਏ ਵੀ ਪੜ੍ਹੇ ਲਿਖੇ ਪਾਉਣਗੇ, ਅਨਪੜ੍ਹ ਨਹੀਂ ਪਾਉਣਗੇ, ਫਿਰ ਠੀਕ ਹੈ? ਇਹ ਵੀ। ਜੇ ਅਸੀਂ ਕਹਿ ਦਈਏ ਵੀ ਆਦਮੀ ਭਾਈ ਵੋਟ ਪਾ ਸਕਦੇ, ਬੀਬੀਆਂ ਨਹੀਂ ਪਾ ਸਕਦੀਆਂ, ਜਨਾਨੀਆਂ ਨਹੀਂ ਪਾਉਣਗੀਆਂ, ਚੰਗੀ ਗੱਲ ਹੈ? ਨਹੀਂ। ਜੇ ਅਸੀਂ ਕਹੀਏ ਵੀ ਭਾਈ ਸਾਰੇ ਵੋਟ ਪਾ ਸਕਦੇ ਔਰ ਜਿਹੜਾ 18 ਸਾਲ ਦਾ ਹੋ ਗਿਆ ਉਹ ਵੋਟ ਪਾ ਸਕਦਾ, ਤਾਂ ਇਹ ਚੰਗੀ ਗੱਲ ਹੈ? ਬਿਲਕੁਲ ਇਹ ਚੰਗੀ ਗੱਲ। ਕਿਉਂ? ਕਿਉਂਕਿ ਇਹਦੇ ਨਾਲ ਸਾਰੇ ਲੋਕ ਬਰਾਬਰ ਹੋਣਗੇ ਤੇ ਸਾਰੇ ਲੋਕਾਂ ਨੂੰ ਇਹ ਲੱਗੂਗਾ ਕਿ ਸ਼ਕਤੀ ਸਾਡੇ ਹੱਥ ਵਿੱਚ ਹੈ। 5 ਸਾਲ ਬਾਅਦ ਹੀ ਸਹੀ, ਪਰ ਵੋਟਾਂ ਮੰਗਣ ਸਾਰੇ ਕਿਹਦੇ ਕੋਲ ਆਉਂਦੇ ਹਨ? ਸਾਡੇ ਕੋਲ। ਸਮਝ ਆ ਗਈ ਬੇਟੇ? ਹੁਣ ਤੁਹਾਨੂੰ ਇੱਕ ਪ੍ਰਸ਼ਨ ਆਉਂਦਾ ਹੈ ਅਗਲੇ ਲੈਸਨ ਚੋਂ ਕਿ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਕਿਹੜੀਆਂ ਕਿਹੜੀਆਂ? ਲਿਖੋ, ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਜਾਂ ਚੁਣੌਤੀਆਂ। ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਜਾਂ ਚੁਣੌਤੀਆਂ ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਭਾਰਤ ਦੇ ਲੋਕਤੰਤਰ ਨੂੰ ਵਧੀਆ ਨਹੀਂ ਹੋਣ ਦੇਣੀਆਂ? ਬਈ ਐਡਾ ਵੱਡਾ ਦੇਸ਼ ਹੈ, ਇੰਨਾ ਵੱਡਾ ਲੋਕਤੰਤਰ ਹੈ, ਕਿਹੜੀ ਕਿਹੜੀਆਂ ਨੇ? ਦੇਖੋ, ਗਰੀਬੀ, ਬੇਰੁਜ਼ਗਾਰੀ, ਪਾਵਰਟੀ, ਅਨਇੰਪਲੋਇਮੈਂਟ, ਭ੍ਰਸ਼ਟਾਚਾਰ, ਕਰਪਸ਼ਨ, ਸਮਾਜਿਕ ਅਸਮਾਨਤਾ, सोशल इनइक्वालिटी, समाजिक असमानता, आर्थिक असमानता, इकोनॉमिक इनइक्वालिटी, कोई बड़ा अमीर है, कोई बेचारा रोटी खाने को भी तरसिया पे। अगी गल समझ? चंगे राजनीतिक दलों की घाट, राजनीतिक दल चंगे घट है साडे जिहड़े हैगे ने लड़ाई जांदे ने लोकां नूं। चंगे नेतावां की घाट, आ भी साडी समस्या है। संप्रदायिकता, धर्म के आधार पर लड़ाइयां, कम्युनिज्म, कम्यूनलिज्म, संप्रदायिकता, धर्म के आधार पर लड़ाइयां, आ भी नहीं साडे देश की एकता बनन दिंदियां। अगे जातिवाद, जात पात, साडे देश चों जात पात ही नहीं जांदा पिया, ना गया, ना जाना, ना जा सकदा। इत्थे असीं वोटां भी जात देख के पाउंदे आ, काम भी जात देख के करते हैं, किताबां भी जात देख के दिंदे आ, फीसां भी जात देख के, वजीफे भी जात देख के, सब कुछ कैंडीडेट भी जात देख के असीं जात ही देखी जाने। 1950 का संविधान बने उदों दी असीं जातां देखण लगे, हुण साडे 70 साल हो गए हले असीं जातां ही देखी जाने। आ भी नहीं साडे लोकतंत्र नूं वधिया बनन दे रहे। वखवाद, वखवाद भी लिख लो। वखवाद, वखवाद माने हरेक अपने आप नूं अलग अलग समझी बैठा, भारत नूं कोई भारती नहीं गिणदा। क्षेत्रवाद, रीजनलिज्म,
ਉਹ ਕੀ ਹੈ, ਪੰਜਾਬ ਵਾਲੇ ਪੰਜਾਬ ਨੂੰ, ਪੰਜਾਬੀ ਪੰਜਾਬ ਨੂੰ ਪਿਆਰ ਕਰਦੇ, ਗੁਜਰਾਤੀ ਗੁਜਰਾਤ ਨੂੰ ਕਰਦੇ, ਹਰਿਆਣਵੀ ਹਰਿਆਣੇ ਨੂੰ ਕਰਦੇ, ਸਾਰੇ ਆਪਣੇ ਆਪਣੇ ਰਾਜ ਨੂੰ ਪਿਆਰ ਕਰਦੇ, ਭਾਰਤ ਨੂੰ ਵਿਚਾਰੇ ਨੂੰ ਕੋਈ ਪਿਆਰ ਹੀ ਨਹੀਂ ਕਰਦਾ। ਇਹ ਸਾਰੀਆਂ ਕੀ ਹੈ, ਸਾਡੇ ਲੋਕਤੰਤਰ ਦੀਆਂ ਸਮੱਸਿਆਵਾਂ। ਕੀ ਹੈ ਬੇਟੇ, ਸਾਡੇ ਲੋਕਤੰਤਰ ਦੀਆਂ ਸਮੱਸਿਆਵਾਂ। ਤੁਸੀਂ ਕਹੋਗੇ ਬਾਰ-ਬਾਰ ਮੈਡਮ ਇੱਧਰ ਦੇਖਦੇ, ਖੁਰਸ਼ਾਦ ਮੇਰੇ ਕੋਲ ਅੱਜ ਕਲਾਸ ਲਾਉਣ ਆਈ ਹੋਈ ਹੈ, ਮੈਂ ਉਹ ਸਕੂਲ 'ਚ ਬੈਠੀ ਹੈ, ਉਹਦਾ ਫੋਨ ਖਰਾਬ ਹੈ, ਉਹ ਤਾਂ ਮੈਂ ਖੁਰਸ਼ਾਦ ਵੱਲ ਦੇਖ ਦੇਖ ਕੇ ਬੋਲ ਰਹੀ ਹਾਂ। ਠੀਕ ਹੈ, ਤੁਹਾਡੇ ਚੋਂ ਵੀ ਜਿਸ ਬੱਚੇ ਦੇ ਫੋਨ ਦੀ ਪ੍ਰੋਬਲਮ ਹੋਵੇ, ਤੁਸੀਂ ਮੇਰੇ ਕੋਲ ਸਕੂਲ 'ਚ ਆ ਕੇ ਕਲਾਸ ਲਾ ਸਕਦੇ ਹੋ, ਆਪਾਂ ਦੂਰ ਦੂਰ ਬੈਠ ਕੇ ਕਲਾਸ ਲਾ ਸਕਦੇ ਹਾਂ। ਅਗੀ ਗੱਲ ਸਮਝ, ਇਹ ਸਾਰੀਆਂ ਕੀ ਹੈ, ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ। ਹੁਣ ਅੱਗੇ ਲਿਖੋ, ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਸੁਝਾਅ। ਹੁਣ ਆਪਾਂ ਲੋਕਤੰਤਰ ਦੀਆਂ ਸਮੱਸਿਆਵਾਂ ਦੂਰ ਵੀ ਤਾਂ ਕਰਨੀਆਂ, ਕਿਉਂ ਖੁਰਸ਼ਾਦ, ਦੂਰ ਕਰਨੀਆਂ। ਲਿਖੋ, ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਸੁਝਾਅ। suggestions to remove the challenges or problems of Indian democracy। ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਸੀ। ਕਿੱਦਾਂ ਦੂਰ ਕਰਾਂਗੇ ਵੀ? ਹਾਂਜੀ ਖੁਰਸ਼ਾਦ, ਕਿੱਦਾਂ ਦੂਰ ਕਰਾਂਗੇ? ਸਿੱਖਿਆ ਦੇ ਰਾਹੀਂ। ਲਿਖੋ, ਸਿੱਖਿਆ ਰਾਹੀਂ ਪੜ੍ਹੇ ਲਿਖੇ ਲੋਕ, ਸੂਝਵਾਨ ਨਾਗਰਿਕ, ਚੇਤੰਨ ਅਤੇ ਸੂਝਵਾਨ ਨਾਗਰਿਕ, ਇਮਾਨਦਾਰ ਨਾਗਰਿਕ। ਜੇ ਇਮਾਨਦਾਰ ਹੋਣਗੇ ਫਿਰ ਵੀ ਸਾਡਾ ਦੇਸ਼ ਵਧੀਆ ਬਣੇਗਾ। ਅੱਗੇ ਲਿਖੋ, ਧਰਮ, ਜਾਤ, ਭਾਸ਼ਾ, ਖੇਤਰ ਦੀ ਭਾਵਨਾਵਾਂ ਤੋਂ ਉੱਪਰ ਉੱਠਣਾ। ਟੂ ਥਿੰਕ, ਯੈਸ, ਧਰਮ, ਜਾਤ, ਭਾਸ਼ਾ, ਖੇਤਰ ਦੀ ਭਾਵਨਾਵਾਂ ਤੋਂ ਉੱਪਰ ਉੱਠ ਕੇ ਸੋਚਣਾ। ਠੀਕ ਹੈ ਨਾ, ਨਾ ਤਾਂ ਕਮਿਊਨਲਿਜ਼ਮ ਤੋਂ ਦੂਰ ਰਹਿਣਾ, ਕਮਿਊਨਲਿਜ਼ਮ, ਕਾਸਟਿਜ਼ਮ, ਲੈਂਗੁਏਜਿਜ਼ਮ, ਇਹਨਾਂ ਸਾਰਿਆਂ ਤੋਂ ਉੱਪਰ ਹੋ ਕੇ ਸੋਚਣਾ ਵੀ ਆਪਣੇ ਧਰਮ ਬਾਰੇ ਨਹੀਂ ਸੋਚਣਾ, ਸਾਰਿਆਂ ਬਾਰੇ ਸੋਚਣਾ, ਆਪਣੀ ਜਾਤ ਬਾਰੇ ਨਹੀਂ ਸੋਚਣਾ, ਸਾਰੇ ਲੋਕਾਂ ਬਾਰੇ ਸੋਚਣਾ, ਇਕੱਲੇ ਆਪਣੇ ਰਾਜ ਬਾਰੇ ਨਹੀਂ ਸੋਚਣਾ, ਸਾਰਿਆਂ ਬਾਰੇ। ਜਦੋਂ ਆਪਣੀ ਸਾਡੀ ਸੋਚਣੀ ਉੱਤੇ ਉੱਤੇ ਹੋ ਜਾਏਗੀ, ਫਿਰ ਵੀ ਸਾਡਾ ਦੇਸ਼ ਵਧੀਆ ਬਣ ਜਾਏਗਾ। ਅੱਗੇ ਸੋਚ ਸਮਝ ਕੇ ਵੋਟ ਪਾਉਣੀ। ਦੇਖੋ, ਸੋਚ ਸਮਝ ਕੇ, ਭਾਰਤ ਦੇ ਸਾਰੇ ਨਾਗਰਿਕ ਸੋਚ ਸਮਝ ਕੇ ਵੋਟ ਪਾਉਣਗੇ, ਧਰਮ ਜਾਤ ਦੇਖ ਕੇ ਨਹੀਂ, ਸੋਚ ਸਮਝ ਕੇ ਵੋਟ ਪਾਉਣਗੇ, ਫਿਰ ਵੀ ਸਾਡੇ ਦੇਸ਼ ਦਾ ਲੋਕਤੰਤਰ ਵਧੀਆ ਹੋ ਸਕਦਾ। ਜੇ ਸਾਡੇ ਭਾਰਤ ਦੇ ਨਾਗਰਿਕ ਮਿਹਨਤੀ ਹੈ, ਚੰਗੇ ਨੇਤਾ, ਲਿਖ ਲਓ, ਭ੍ਰਸ਼ਟਾਚਾਰ ਨੂੰ ਦੂਰ ਕਰਨਾ, ਚੰਗੇ ਨੇਤਾਵਾਂ। ਠੀਕ ਹੈ, ਚੋਣਾਂ ਨੂੰ ਵਧੀਆ ਬਣਾਉਣਾ, ਚੋਣਾਂ 'ਚ ਕੋਈ ਹੇਰਾਫੇਰੀ ਨਾ ਕਰਨਾ, ਜੇ ਕਰਾਂਗੇ ਤਾਂ ਵੀ ਸਾਡਾ ਲੋਕਤੰਤਰ ਵਧੀਆ ਹੋ ਜਾਏਗਾ। ਚੰਗੇ ਰਾਜਨੀਤਿਕ ਦਲਾਂ ਦੀ ਹੋਣ, ਅੱਛੀਆਂ ਪੋਲੀਟੀਕਲ ਪਾਰਟੀਆਂ ਹੋਣ, ਅੱਛੇ ਨੇਤਾ ਹੋਣ, ਅੱਛੇ ਲੋਕ ਹੋਣ, ਇਮਾਨਦਾਰ ਨਾਗਰਿਕ ਹੋਣ, ਪੜ੍ਹੇ ਲਿਖੇ ਹੋਣ, ਸੂਝਵਾਨ ਹੋਣ, ਚੇਤੰਨ ਹੋਣ, ਦੇਸ਼ ਨੂੰ ਪਿਆਰ ਕਰਨ ਵਾਲੇ ਹੋਣ, ਤਾਂ ਆਪੇ ਸਾਡੇ ਦੇਸ਼ ਦੀਆਂ ਲੋਕਤੰਤਰ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਇਹਦੇ ਤੇ ਤੁਹਾਨੂੰ ਇਹਦੇ ਵਿੱਚੋਂ ਦੇਖਿਓ ਤੁਹਾਨੂੰ ਕਿੰਨੇ ਕੁਐਸਚਨ ਆ। ਕਈ ਕੁਐਸਚਨ ਹੁੰਦੇ ਬੇਟੇ ਸਿੱਧੇ ਵੀ, ਸਿੱਧਾ ਪ੍ਰਸ਼ਨ ਪੁੱਛ ਲਿਆ ਜੀ, ਰਾਜਨੀਤਿਕ ਪ੍ਰਣਾਲੀ ਦੇ ਨਾਮ ਦੀ ਕਿਤਾਬ ਕਿਹਨੇ ਲਿਖੀ? ਕਹਿੰਦਾ ਜੀ ਡੇਵਿਡ ਸਟਰਨ ਨੇ ਲਿਖੀ। ਪਰ ਕਈ ਕੁਐਸਚਨਸ ਹੁੰਦੇ ਨੇ ਤੁਹਾਡੇ ਪੇਪਰ 'ਚ ਕੁਐਸਚਨ ਪਾਏ ਜਾ ਰਹੇ ਨੇ ਐਪਲੀਕੇਸ਼ਨ ਦੇ। ਐਪਲੀਕੇਸ਼ਨ ਮੈਨੇ ਬੱਚਾ ਸੋਚੇ, ਸੋਚ ਕੇ ਜਵਾਬ ਦੇ। ਇਹ ਗੱਲ ਸਮਝਿਆ? ਤਾਂ ਪ੍ਰਸ਼ਨ ਪਾਇਆ ਜਾਣਾ ਕਿ ਬੱਚਾ ਸੋਚੇ, ਉਸ ਗੱਲ ਨੂੰ ਸੋਚ ਕੇ ਸਮਝ ਕੇ, ਕੀ ਬੱਚੇ ਨੂੰ ਲੈਸਨ ਸਮਝ ਆ ਗਿਆ ਕਿ ਨਹੀਂ, ਕੀ ਬੱਚੇ ਦੇ ਗੱਲ ਪੱਲੇ ਪੈ ਗਈ ਕਿ ਨਹੀਂ, ਉਹਨੂੰ ਸੋਚ ਕੇ ਵਿਚਾਰ ਕੇ ਫਿਰ ਬੱਚਾ ਜਵਾਬ। ਮੇਰੀ ਗੱਲ ਸਮਝ ਆ ਗਈ? ਉਹਨੂੰ ਕਹਿੰਦੇ ਐਪਲੀਕੇਸ਼ਨ ਦੇ ਕੁਐਸਚਨ। ਸੋ ਤੁਹਾਡੇ ਪੇਪਰ 'ਚ ਤੁਹਾਨੂੰ 5-7 ਕੁਐਸਚਨ ਐਪਲੀਕੇਸ਼ਨ ਦੇ ਆਣੇ ਆ। ਤੁਸੀਂ ਸੋਚ ਕੇ ਪਹਿਲਾਂ ਪ੍ਰਸ਼ਨ ਨੂੰ ਪੜ੍ਹਨਾ ਹੈ, ਫਿਰ ਉਹਨੂੰ ਸਮਝਣਾ ਹੈ, ਫਿਰ ਉਹਦੇ ਵਿੱਚ ਜੇ ਹਾਂ ਨਾ 'ਚ ਜਵਾਬ ਲਿਖਿਆ ਤਾਂ ਹਾਂ ਨਾ 'ਚ ਦੇਣਾ, ਖਾਲੀ ਥਾਂ ਲਿਖੀ ਤਾਂ ਖਾਲੀ ਥਾਂ ਭਰਨੀ, 4 ਆਪਸ਼ਨ ਦਿੱਤੀਆਂ ਤਾਂ ਉਹਦੇ ਵਿੱਚੋਂ ਇੱਕ ਆਪਸ਼ਨ ਭਰਨਾ। ਹੁਣ ਇਹ ਦੱਸੋ, ਤੁਹਾਨੂੰ ਕਈ ਵਾਰ ਪ੍ਰਸ਼ਨ ਆ ਜਾਂਦਾ ਕਿ ਭਾਰਤ ਵਿੱਚ ਲੋਕਤੰਤਰ ਦੀ ਹੈ ਤਾਂ ਬੜੀ ਮਾੜੀ ਹਾਲਤ ਹੈ, ਵੀ ਕੀ ਆਪਾਂ ਲੋਕਤੰਤਰ ਖਤਮ ਕਰ ਦੇਣਾ ਚਾਹੀਦਾ ਹੈ ਕਿ ਲੋਕਤੰਤਰ ਦਾ ਸੁਧਾਰ ਕਰਨਾ ਚਾਹੀਦਾ ਹੈ? ਦੱਸੋ ਵੀ। ਵੈਰੀ ਗੁੱਡ, ਖੁਰਸ਼ਾਦ ਤਾਂ ਇੰਟੈਲੀਜੈਂਟ ਹੀ ਬਹੁਤ ਹੋ ਗਈ ਮੇਰਾ ਪੁੱਤ। ਲੋਕਤੰਤਰ ਨੂੰ ਖਤਮ ਨਹੀਂ ਕਰਨਾ ਆਪਾਂ ਨੇ। ਹੁਣ ਮੰਨ ਲਓ ਜੇ ਲੱਤ ਦੇ ਉੱਤੇ ਜ਼ਖਮ ਹੋ ਗਿਆ, ਲੱਤ ਵੱਢਣੀ ਨਹੀਂ ਹੈਗੀ ਭਾਈ, ਜ਼ਖਮ ਠੀਕ ਕਰਨਾ। ਕੀ ਕਿਸੇ ਤਰੀਕੇ ਦਾ ਲੋਕਤੰਤਰ ਨੂੰ ਖਤਮ ਨਹੀਂ ਕਰਨਾ, ਬਲਕਿ ਆਪਾਂ ਨੇ ਕੀ ਕਰਨਾ ਹੈ, ਲੋਕਤੰਤਰ ਦਾ ਸੁਧਾਰ ਕਰਨਾ ਹੈ। ਕਿਉਂ? ਕਿਉਂਕਿ ਲੋਕਤੰਤਰ ਇੱਕ ਵਧੀਆ ਸਰਕਾਰ ਹੈ, ਸਾਡੇ ਦੇਸ਼ ਵਿੱਚ ਹੈ, ਇਸ ਕਰਕੇ ਸਾਨੂੰ ਉਹਦਾ ਸੁਧਾਰ ਕਰਨਾ ਚਾਹੀਦਾ ਹੈ। ਸੋ ਮੈਨੂੰ ਲੱਗਦਾ ਹੈ ਕਿ 2 ਲੈਸਨ, ਇੱਕ ਮੈਂ ਉਸ ਦਿਨ ਕਰਾਇਆ ਸੀ, ਇੱਕ ਮੈਂ ਅੱਜ ਕਰਾਇਆ। ਉਦੋਂ ਮੈਂ ਰਾਜਨੀਤਿਕ ਪ੍ਰਣਾਲੀ ਦੀ ਰਿਵੀਜ਼ਨ ਕਰਾਈ ਸੀ, ਅੱਜ ਮੈਂ 2 ਲੈਸਨਾਂ ਦੀ ਰਿਵੀਜ਼ਨ ਕਰਾਈ ਹੈ। ਇਸ ਤੋਂ ਇਲਾਵਾ ਤੁਹਾਨੂੰ ਨੋਟਸ ਨੇ,
ਯੂ ਹੁਣ 3 ਲੈਸਨ ਹੈ। ਪਲੀਜ਼ ਮੇਰੀ ਬੇਨਤੀ ਹੈ ਤੁਹਾਡੇ ਬੱਚਿਆਂ ਕੇ 3 ਲੈਸਨ ਨੇ YouTube ਦੇ ਉੱਤੇ। ਇਹਨਾਂ 3 ਲੈਸਨ ਦੀਆਂ ਮੇਰੀਆਂ ਹੀ ਘੱਟੋ ਘੱਟ 10-15 ਵੀਡੀਓ ਪਈਆਂ ਨੇ, 5-7 ਲਾਈਵ ਕਲਾਸਾਂ ਪਈਆਂ ਨੇ। ਕਿਰਪਾ ਕਰਕੇ ਸੁਣ ਲਿਓ। ਜਿਹੜੇ ਬੱਚੇ ਸੁਣਨਗੇ ਉਹ ਬੱਚੇ ਕੁਝ ਪਾ ਲੈਣਗੇ। ਬੇਟੇ 12ਵੀਂ ਸਭ ਨੇ ਕਰ ਲੈਣੀ ਹੈ, ਪਾਸ ਤੁਸੀਂ ਸਭ ਨੇ ਹੋ ਜਾਣਾ ਹੈ। ਪਰ ਯਾਦ ਰੱਖਿਓ ਜਿਹੜੇ ਬੱਚੇ ਗਿਆਨ ਨਾਲ ਪਾਸ ਹੋਣਾ ਚਾਹੁੰਦੇ ਆ ਉਹ ਕਲਾਸਾਂ ਅਟੈਂਡ ਕਰਨ। ਤੁਹਾਡੇ ਲਈ ਹੈ, ਪੜਿਆ ਹੋਇਆ ਤੁਹਾਡੇ ਅੱਗੇ ਜਾ ਕੇ ਕੰਮ ਆਏਗਾ। ਲੱਗੀ ਗੱਲ ਸਮਝ? ਸੋ ਇੱਕ ਵਾਰੀ ਫੇਰ ਮੇਰੇ ਵੱਲੋਂ ਹੁਣ ਮੈਂ ਤੁਹਾਡੀ ਕਲਾਸ ਨਹੀਂ ਲਵਾਂਗੀ। ਪੇਪਰਾਂ ਦੇ ਵਿੱਚ ਤੁਸੀਂ ਆਪਣੇ ਪੇਪਰ ਦਿਓ। ਜਿਸ ਦਿਨ ਪੋਲੀਟੀਕਲ ਸਾਇੰਸ ਦਾ ਪੇਪਰ ਹੋਏਗਾ ਤੁਸੀਂ ਪੇਪਰ ਅਟੈਂਪਟ ਕਰਨਾ ਹੈ, ਆਈਡੀ ਠੀਕ ਭਰਨੀ ਹੈ। ਸੋਚ ਸਮਝ ਕੇ ਪੇਪਰ ਕਰਨ ਤੋਂ ਬਾਅਦ ਉਹ ਪੇਪਰ ਤੁਸੀਂ ਕਿੱਥੇ ਕਰਨਾ ਹੈ, ਕਿੱਥੇ ਪਾਉਣਾ ਪੇਪਰ, ਉਹ ਦੱਸੋ ਭਲਾ। ਆਪਣੇ ਆਪਣੇ ਪੋਲੀਟੀਕਲ ਸਾਇੰਸ ਦੇ ਸਕੂਲ ਦੇ ਗਰੁੱਪ ਚ ਪਾਉਣਾ ਹੈ। ਨੀਚੇ ਆਪਣਾ ਨਾਮ, ਰੋਲ ਨੰਬਰ ਤੇ ਸੈਕਸ਼ਨ ਲਿਖ ਕੇ ਪਾਉਣਾ ਹੈ। ਬਾਕੀ ਫਿਰ ਵੀ 14 ਤਰੀਕ ਨੂੰ ਤੁਹਾਡਾ ਪੇਪਰ ਹੈ, ਉਸ ਤੋਂ ਪਹਿਲਾਂ ਜਿੰਨੀ ਤੁਸੀਂ ਰਿਵੀਜ਼ਨ ਕਰ ਸਕਦੇ ਹੋ ਕਰੋ। ਕੋਈ ਕੁਐਸਚਨ ਨਹੀਂ ਸਮਝ ਆਉਂਦਾ, ਕੋਈ ਗੱਲ ਨਹੀਂ ਸਮਝ ਆਉਂਦੀ ਤਾਂ ਉਹ ਤੁਸੀਂ ਮੈਨੂੰ ਜਿਸ ਮਰਜ਼ੀ ਟਾਈਮ ਫੋਨ ਕਰਕੇ ਪੁੱਛ ਸਕਦੇ ਹੋ। ਤੁਹਾਨੂੰ ਸਾਰਿਆਂ ਨੂੰ ਪੇਪਰ ਦੇ ਲਈ ਬੜੀ ਸ਼ੁਭਕਾਮਨਾਵਾਂ ਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਪੂਰੇ ਪੰਜਾਬ ਭਰ ਦੇ ਬੱਚਿਆਂ ਦਾ ਪੇਪਰ ਬਹੁਤ ਅੱਛਾ ਹੋਏ। YouTube ਦੇ ਉੱਤੇ ਤੁਹਾਡੀ ਰਿਵੀਜ਼ਨ ਦੀਆਂ ਦੋਨੋਂ ਵੀਡੀਓਜ਼ 1-2 ਦਿਨ ਦੇ ਵਿੱਚ ਬੇਟੇ ਅਪਲੋਡ ਕਰ ਦਿੱਤੀਆਂ ਜਾਣਗੀਆਂ। ਥੈਂਕ ਯੂ। ਜਿਉਂਦੇ ਰਹੋ, ਵਸਦੇ ਰਹੋ, ਖੁਸ਼ ਰਹੋ। ਥੈਂਕ ਯੂ ਵੈਰੀ